Hello everyone, welcome to Victor's Knowledge. This is Chinu Sharma, and today in this lecture we are going to start with our very important series on general science. ਤੇ ਅੱਜ ਇਸ ਲੈਕਚਰ ਦੇ ਅੰਦਰ ਆਪਾਂ ਜਨਰਲ ਸਾਇੰਸ ਦੇ ਜੋ ਇੰਪੋਰਟੈਂਟ MCQ ਬਣਦੇ ਨੇ ਜੋ ਆਉਣ ਵਾਲੇ ਸਾਰੇ ਐਗਜ਼ਾਮਸ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਉਹਨਾਂ ਦਾ ਪਾਰਟ 1 ਡਿਸਕਸ ਕਰਾਂਗੇ। Before moving with our MCQs, I want to share something important with you guys. So already मैं PPSC combined ਕੋਰਸ ਇੱਕ ਲਾਂਚ ਕੀਤਾ ਹੋਇਆ ਹੈ ਜਿਹਦੇ ਅੰਦਰ ਤੁਹਾਨੂੰ ਕ੍ਰੈਸ਼ ਕੋਰਸ ਮਿਲ ਰਿਹਾ ਹੈ ਉਹਦੇ ਅੰਦਰ ਵੀਡੀਓ ਲੈਕਚਰਸ ਨੇ ਨੋਟਸ ਨੇ ਮੌਕ ਟੈਸਟ ਨੇ ਸੋ ਤੁਹਾਡੀ ਪੂਰੀ ਦੀ ਪੂਰੀ ਕੰਪਲੀਟ ਜੀਐਸ ਪੋਰਸ਼ਨ ਦੀ ਤਿਆਰੀ ਹੋਊਗੀ ਇਸ ਕੋਰਸ ਦੇ ਅੰਦਰ ਬਾਕੀ ਜੇ ਤੁਸੀਂ ਸਿਰਫ ਵੀਡੀਓ ਲੈਕਚਰ ਲੈਣਾ ਚਾਹੁੰਦੇ ਹੋ ਜਾਂ ਕੱਲੇ ਨੋਟਸ ਲੈਣੇ ਆ ਕੱਲੇ ਟੈਸਟ ਲੈਣੇ ਆ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਸੋ ਇਹ ਸਾਰੀਆਂ ਡੀਟੇਲਸ ਨੇ ਇਸ ਟੈਂਪਲੇਟ ਦੇ ਵਿੱਚ ਤੁਸੀਂ ਵੀਡੀਓ ਕੋਰਸ ਦੀ ਡੀਟੇਲ ਦੇਖ ਸਕਦੇ ਹੋ here are the details of notes and here are the details of mock test so ਜੇ ਤੁਹਾਨੂੰ ਹੋਰ ਵੀ ਕੋਈ query ਹੈ ਕਿਸੇ ਵੀ ਚੀਜ਼ ਨੂੰ ਲੈ ਕੇ ਤਾਂ ਤੁਸੀਂ ਮੈਨੂੰ ਈਮੇਲ ਭੇਜ ਸਕਦੇ ਹੋ on legalvictor02896@gmail.com so starting with our today's important MCQ series on general science ਪਹਿਲਾ important question ਹੈ ਇਹਨਾਂ ਚਾਰਾਂ ਦੇ ਵਿੱਚੋਂ distance ਨੂੰ ਮਾਪਣ ਦੇ ਲਈ ਕਿਹੜੀ measurement ਨਹੀਂ ਵਰਤੀ ਜਾਂਦੀ ਸੋ ਉਹ ਹੈ ਆਪਸ਼ਨ A ਐਮੀਟਰ ਐਮੀਟਰ ਮੈਜ਼ਰਮੈਂਟ ਹੈ ਇਲੈਕਟ੍ਰਿਕ ਕਰੰਟ ਦੇ ਨਾਲ ਰਿਲੇਟਡ ਸੋ ਇਹ ਜਦੋਂ ਵੀ ਆਪਾਂ ਫਿਜ਼ਿਕਸ ਦਾ ਪੋਰਸ਼ਨ ਕਰਦੇ ਆ ਤਾਂ ਉਹਦੇ ਅੰਦਰ ਆਪਾਂ ਦੇਖਦੇ ਆ ਅਲੱਗ-ਅਲੱਗ ਜੋ ਵੀ ਟੌਪਿਕ ਆਉਂਦੇ ਨੇ ਚਾਹੇ ਵਰਕ ਫੋਰਸ ਇਲੈਕਟ੍ਰਿਕ ਕਰੰਟ ਲਾਈਟ ਇਹਨਾਂ ਸਾਰਿਆਂ ਦੇ ਆਪਾਂ ਐਸਆਈ ਯੂਨਿਟ ਮੈਜ਼ਰਮੈਂਟ ਇਹ ਸਾਰੀਆਂ ਚੀਜ਼ਾਂ ਦੇਖਦੇ ਆ ਤੇ ਐਗਜ਼ਾਮ ਦੇ ਵਿੱਚ ਇਹਨਾਂ ਦੇ ਵਿੱਚੋਂ ਡਾਇਰੈਕਟਲੀ ਕੁਐਸਚਨ ਬਣ ਕੇ ਆਉਂਦੇ ਨੇ ਸੋ ਇਸ ਤਰ੍ਹਾਂ ਦੇ ਕੁਐਸਚਨ ਤੁਸੀਂ ਜ਼ਰੂਰ ਤਿਆਰ ਕਰਕੇ ਜਾਣੇ ਆ So the right answer here is which of the following measurement is not a unit of distance. So ਜਿਹੜਾ unit of distance नहीं है वो है ammeter. बाकी ये तीनों distance ਦਾ unit हैगे ने. Next question है which of the following remain constant while throwing a ball upward. ਜਦੋਂ ਵੀ ਆਪਾਂ ਇੱਕ ball ਇੱਕ ਗੇਂਦ ਉੱਪਰ ਨੂੰ ਉਛਾਲਦੇ ਆ ਤਾਂ ਇਹਨਾਂ ਚਾਰਾਂ ਦੇ ਵਿੱਚੋਂ ਕਿਹੜੀ ਚੀਜ਼ ਹੈ ਜਿਹੜੀ ਬਦਲਦੀ ਨਹੀਂ ਹੈ ਉਸੇ ਤਰ੍ਹਾਂ constant ਰਹਿੰਦੀ ਹੈ So O है acceleration option C speed. Next is pure water freeze at what temperature? ਜਿਹੜਾ ਇੱਕ pure water ਹੈ ਬਿਨਾਂ ਕਿਸੇ ਤਰ੍ਹਾਂ ਦੀ mixture ਤੋਂ ਬਿਨਾਂ ਕਿਸੇ ਤਰ੍ਹਾਂ ਦੇ dirt particle ਤੋਂ ਕਿਹੜੇ temperature ਉੱਤੇ ਉਹ ਜੰਮ ਜੂਗਾ freeze ਹੋ ਜੂਗਾ So pure water freeze ਹੁੰਦਾ ਹੈ 32 Fahrenheit ਉੱਤੇ option B ਇਹਦਾ right answer ਹੈ Which vitamin is abundant in citrus fruit? So a question ਦਾ ਬਹੁਤ ਵਾਰੀ ਐਗਜ਼ਾਮ ਵਿੱਚ ਰਿਪੀਟ ਹੁੰਦਾ ਹੈ very important question. Citrus ਜਿਹੜੀਆਂ ਖੱਟੀਆਂ ਚੀਜ਼ਾਂ ਨੇ ਖੱਟੇ ਫਰੂਟ ਨੇ ਉਹਨਾਂ ਦੇ ਵਿੱਚ ਵਿਟਾਮਿਨ C ਪਾਇਆ ਜਾਂਦਾ ਹੈ option C. Zinc oxide ਕੀ ਹੈ? ਸੋ ਆਪਾਂ ਬਹੁਤ ਵਾਰੀ ਗੱਲ ਕਰਦੇ ਹਾਂ ਕਿ ਕੋਈ ਚੀਜ਼ ਬੇਸਿਕ ਹੈ ਐਸਿਡਿਕ ਹੈ ਜਾਂ ਨਿਊਟਰਲ ਹੈ ਤੇ ਉਰੇ ਇੱਕ ਚੌਥੀ ਆਪਸ਼ਨ ਹੈ ਐਮਫੋਟੈਰਿਕ. ਸੋ ਜ਼ਿੰਕ ਆਕਸਾਈਡ ਇੱਕ ਐਮਫੋਟੈਰਿਕ ਹੈ option D. ਸੋ ਐਮਫੋਟੈਰਿਕ ਕੀ ਹੁੰਦਾ ਐਮਫੋਟੈਰਿਕ ਬੇਸਿਕਲੀ ਇੱਕ ਇਹੋ ਜਿਹਾ ਆਕਸਾਈਡ ਹੈ ਜਾਂ ਹਾਈਡਰੋਕਸਾਈਡ ਕਹਿ ਦਿੰਦੇ ਆ ਜਿਹੜਾ ਐਸਿਡ ਤੇ ਬੇਸ ਦੋਨੋਂ ਤਰ੍ਹਾਂ ਦੇ ਸੋਲੂਸ਼ਨ ਦੇ ਵਿੱਚ ਘੁਲ ਮਿਲ ਸਕਦਾ ਹੈ ਸੋ ਇਹਨੂੰ ਕਿਹਾ ਜਾਂਦਾ ਹੈ ਐਮਫੋਟੈਰਿਕ ਆਪਸ਼ਨ D which of the following statement is not true regarding laser laser ਦੇ ਨਾਲ ਰਿਲੇਟਡ ਕਿਹੜੀ ਸਟੇਟਮੈਂਟ ਗਲਤ ਹੈ ਸੋ ਗਲਤ ਸਟੇਟਮੈਂਟ ਹੈ option C ਕਹਿ ਰਹੀ ਹੈ The emitted laser light is notable for its high degree of dispersive power unattainable using other technologies. So a statement बिल्कुल गलत है. Next is if an egg with shell is placed in a microwave oven. ਜੇ ਆਪਾਂ ਇੱਕ egg ਜਿਹਦਾ ਬਾਹਰ ਵਾਲਾ ਜਿਹੜਾ shell portion ਹੁੰਦਾ ਹੈ hard portion ਹੁੰਦਾ ਹੈ ਉਹਦੇ ਸਣੇ ਆਪਾਂ ਉਹਨੂੰ ਉਹਦੇ ਨਾਲ ਹੀ ਮਾਈਕ੍ਰੋਵੇਵ ਦੇ ਅੰਦਰ ਰੱਖ ਦਈਏ ਤਾਂ ਕੀ ਹੋਊਗਾ ਸੋ ਇਹਨਾਂ ਚਾਰਾਂ ਸਿਚੁਏਸ਼ਨ ਦੇ ਵਿੱਚੋਂ ਜੇ ਆਪਾਂ ਇੱਕ ਐਗ ਸ਼ੈਲ ਦੇ ਨਾਲ ਮਾਈਕ੍ਰੋਵੇਵ ਓਵਨ ਦੇ ਵਿੱਚ ਰੱਖ ਦਈਏ ਤਾਂ ਉਹ ਗਰਮ ਹੋ ਕੇ ਟੁੱਟ ਜੂਗਾ ਐਕਸਪਲੋਡ ਹੋ ਜੂਗਾ ਸੋ ਦ ਐਗ ਸ਼ੈਲ ਵਿਲ ਐਕਸਪਲੋਡ ਆਪਸ਼ਨ C next is which among the following is the SI physical unit of dynamic viscosity so dynamic change ਹੋਣ ਵਾਲੀ ਜਿਹੜੀ viscosity ਹੈ ਉਹਦੀ SI physical unit ਹੈ Pascal second option B Ninth question is which among the following phenomena of optic make the endoscopy capable of examining the internal organs such as abdomen? Endoscopy ਜਦੋਂ ਆਪਾਂ ਕਰਾਉਨੇ ਆ ਆਪਣੇ ਜਿੰਨੇ ਵੀ ਅੰਦਰੂਨੀ ਅੰਗ ਨੇ ਉਹਨਾਂ ਸਾਰਿਆਂ ਦੀ ਐਗਜ਼ਾਮੀਨੇਸ਼ਨ ਹੋ ਜਾਂਦੀ ਹੈ ਸਕੈਨ ਹੋ ਜਾਂਦੀ ਹੈ ਆਪਾਂ ਨੂੰ ਪਤਾ ਚੱਲ ਜਾਂਦਾ ਵੀ ਆਪਣੇ ਸਰੀਰ ਦੇ ਜਿਹੜੇ ਅੰਦਰੂਨੀ ਅੰਗ ਨੇ ਉਹਨਾਂ ਵਿੱਚ ਕਿਹੜੀ ਪ੍ਰੋਬਲਮ ਹੈ ਸੋ ਐਬਡੋਮਨ ਹੋ ਗਿਆ ਜਾਂ ਕੋਈ ਵੀ ਹੋਰ ਇੰਟਰਨਲ ਆਰਗਨ ਉਹਨਾਂ ਦੀ ਪੂਰੀ ਤਰ੍ਹਾਂ ਦੇ ਨਾਲ ਐਗਜ਼ਾਮੀਨੇਸ਼ਨ ਹੋ ਜਾਂਦੀ ਹੈ ਇਹ ਐਗਜ਼ਾਮੀਨੇਸ਼ਨ ਕਿਹੜੇ ਫਿਨੋਮੀਨਾ ਕਰਕੇ ਹੁੰਦੀ ਹੈ
ਸੋ ਇਹ ਹੁੰਦੀ ਹੈ ਟੋਟਲ ਇੰਟਰਨਲ ਰਿਫਲੈਕਸ਼ਨ ਕਰਕੇ ਆਪਸ਼ਨ ਬੀ। ਤੇ ਪੀਪੀਐਸਸੀ ਦੇ ਆਲਰੇਡੀ ਬਹੁਤ ਸਾਰੇ ਐਗਜ਼ਾਮ ਵਿੱਚ as it is a question repeat ਹੋਇਆ ਹੈ, so this is very important question. Next is how does the isotope of iodine 135 plays an important role in nuclear power generation. So nuclear power generation ਦੇ ਵਿੱਚ ਜਿਹੜਾ iodine ਦਾ 135ਵਾਂ ਆਈਸੋਟੋਪ ਹੈ ਉਹ ਕਿਵੇਂ ਮਦਦ ਕਰਦਾ ਹੈ। ਸੋ ਜਿਹੜਾ ਆਇਓਡੀਨ 135 ਹੈ ਇਹ ਨਿਊਕਲੀਅਰ ਰਿਐਕਸ਼ਨ ਦਾ ਇੱਕ ਬਾਈ ਪ੍ਰੋਡਕਟ ਹੈ ਤੇ ਇਹਦੇ ਨਾਲ ਨਿਊਟਰੋਨਸ ਮਰਦੇ ਨੇ। ਨਿਊਟਰੋਨਸ ਕਿਲ ਹੋਣ ਤੋਂ ਬਾਅਦ ਜਿਹੜੀ ਪਾਵਰ ਹੈ ਉਹ ਜਨਰੇਟ ਕੀਤੀ ਜਾਂਦੀ ਹੈ। ਸੋ ਆਪਸ਼ਨ ਬੀ ਇਜ਼ ਦ ਰਾਈਟ ਆਨਸਰ। Which among the following is correct statement about black ice? Black ice ਨੂੰ ਲੈ ਕੇ ਕਿਹੜੀ ਸਟੇਟਮੈਂਟ ਸਹੀ ਹੈ? ਸੋ ਬਲੈਕ ਆਈਸ ਉਸ ਆਈਸ ਨੂੰ ਕਿਹਾ ਜਾਂਦਾ ਹੈ, ਉਸ ਬਰਫ਼ ਨੂੰ ਕਿਹਾ ਜਾਂਦਾ ਹੈ ਜਿਹਦੀ ਇੱਕ ਲੇਅਰ ਟਰਾਂਸਪੇਰੈਂਟ ਲੇਅਰ ਆਮ ਤੌਰ ਤੇ ਸੜਕਾਂ ਉੱਤੇ ਜਾਂ ਪੇਵਮੈਂਟਸ ਉੱਤੇ ਜੰਮ ਜਾਂਦੀ ਹੈ। ਸੋ ਜਿਹੜੀ ਸੜਕਾਂ ਉੱਤੇ ਜੰਮੀ ਹੋਈ ਸੜਕ ਹੁੰਦੀ ਹੈ ਇੱਕ ਥਿਨ ਟਰਾਂਸਪੇਰੈਂਟ ਲੇਅਰ ਹੋ ਜਾਂਦੀ ਹੈ ਆਈਸ ਦੀ, ਉਹਨੂੰ ਹੀ ਨਾਮ ਦਿੱਤਾ ਜਾਂਦਾ ਹੈ ਬਲੈਕ ਆਈਸ ਦਾ। ਸੋ ਆਪਸ਼ਨ ਬੀ ਇਜ਼ ਦ ਰਾਈਟ ਆਨਸਰ। ਨੈਕਸਟ ਇਜ਼ ਬਹੁਤ ਸਾਰੀ ਕੰਟਰੀ ਜਿਨ੍ਹਾਂ ਦੇ ਵਿੱਚ ਠੰਡਾ ਐਟਮੋਸਫੇਅਰ ਰਹਿੰਦਾ ਹੈ, ਕੋਲਡ ਕਲਾਈਮੇਟ ਰਹਿੰਦਾ ਹੈ, ਜਿਹੜੀਆਂ ਮਿਊਨਿਸਪੈਲਿਟੀਜ਼ ਨੇ, ਲੋਕਲ ਅਥਾਰਟੀਜ਼ ਨੇ ਜਾਂ ਈਵਨ ਘਰਾਂ ਦੇ ਲੋਕ ਖੁਦ ਕੀ ਕਰਦੇ ਨੇ, ਸਰਦੀਆਂ ਦੇ ਵਿੱਚ ਆਈਸੀ ਰੋਡਸ ਉੱਤੇ ਜਿੱਥੇ ਜ਼ਿਆਦਾ ਸਨੋ ਪੈਂਦੀ ਹੈ ਸਾਲਟ ਨਮਕ ਛਿੜਕ ਦਿੰਦੇ ਨੇ। ਸੋ ਇਹਦਾ ਰੀਜ਼ਨ ਕੀ ਹੈ? ਇਹਦਾ ਰੀਜ਼ਨ ਹੈ ਜਿਹੜਾ ਨਮਕ ਹੈ ਉਹ ਫਰੀਜ਼ਿੰਗ ਪੁਆਇੰਟ ਪਾਣੀ ਦਾ ਘਟਾ ਦਿੰਦਾ ਹੈ ਜਿਹਦੇ ਨਾਲ ਰੋਡਸ ਉੱਤੇ ਆਈਸ ਸਾਲਟ ਜਿਹੜੀ ਆਈਸੀ ਰੋਡਸ ਨੇ ਉਹਨਾਂ ਉੱਤੇ ਸਨੋ ਨਹੀਂ ਜੰਮਦੀ। ਸੋ ਦ ਰਾਈਟ ਆਨਸਰ ਇਜ਼ ਆਪਸ਼ਨ ਬੀ। The salt lowers the freezing point of water. This is again very important ਕਿਉਂਕਿ ਜਿਹੜਾ ਇਹ ਟੌਪਿਕ ਹੈ ਇਹ ਕਰੰਟ ਇਸ਼ੂਜ਼ ਦੇ ਵਿੱਚ ਵੀ ਰੀਸੈਂਟਲੀ ਰਹਿ ਚੁੱਕੇ ਹਨ। Next is ਇੱਕ ਪਾਰਸੇਕ ਕਿਹਦੇ ਬਰਾਬਰ ਹੁੰਦਾ ਹੈ? Very important question. So 1 parsec it is equal to 3.261 light year. 14th question ਆਪਣੇ ਕੋਲ ਚਾਰ ਚੀਜ਼ਾਂ ਦਿੱਤੀਆਂ ਹੋਈਆਂ ਨੇ, ਆਪਾਂ ਨੇ ਦੱਸਣਾ ਹੈ ਵੀ ਇਨਕਰੀਜ਼ਿੰਗ ਫ੍ਰੀਕੁਐਂਸੀ ਦੇ ਆਧਾਰ ਦੇ ਉੱਤੇ ਇਹਨਾਂ ਦੀ ਵੇਵਸ ਦੇ ਆਧਾਰ ਉੱਤੇ ਜਿਵੇਂ ਜਿਵੇਂ ਇਹ ਅਲੱਗ-ਅਲੱਗ ਚੀਜ਼ਾਂ ਵਿੱਚ ਵਰਤੀਆਂ ਜਾਂਦੀਆਂ ਨੇ ਆਪਾਂ ਨੇ ਇਹਨਾਂ ਨੂੰ ਇਨਕਰੀਜ਼ਿੰਗ ਆਰਡਰ ਦੇ ਵਿੱਚ ਅਰੇਂਜ ਕਰਨਾ ਹੈ। ਸੋ ਇਹਦਾ ਰਾਈਟ ਆਨਸਰ ਹੈ ਆਪਸ਼ਨ ਬੀ। ਜੇ ਆਪਾਂ ਇਨਕਰੀਜ਼ਿੰਗ ਫ੍ਰੀਕੁਐਂਸੀ ਆਫ ਵੇਵਸ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲੇ ਨੰਬਰ ਤੇ ਆਉਂਦੀ ਹੈ ਘੱਟ ਵਾਲੀ ਸਬਮਰੀਨ ਕਮਿਊਨੀਕੇਸ਼ਨ, ਦੂਜੇ ਨੰਬਰ ਤੇ AM ਰੇਡੀਓ, ਦੈਨ ਸ਼ਾਰਟ ਵੇਵ ਰੇਡੀਓ ਤੇ ਸਭ ਤੋਂ ਜ਼ਿਆਦਾ ਰਡਾਰ, ਆਪਸ਼ਨ ਨੰਬਰ 4। Next is one of the most important questions, especially ਜਿਹੜੇ ਸਟੂਡੈਂਟ ਨਾਇਬ ਤਹਿਸੀਲਦਾਰ ਤੇ ਕੋਆਪਰੇਟਿਵ ਇੰਸਪੈਕਟਰ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹ ਇਸ ਤਰ੍ਹਾਂ ਦੇ ਸਟੇਟਮੈਂਟ ਬੇਸਡ ਕੁਐਸਚਨ ਨੂੰ ਜ਼ਰੂਰ ਧਿਆਨ ਦੇ ਨਾਲ ਫੋਲੋ ਕਰਨ ਕਿਉਂਕਿ ਪੀਪੀਐਸਸੀ ਦਾ ਇੱਕ ਟ੍ਰੈਂਡ ਰਹਿ ਚੁੱਕਿਆ ਹੈ ਕਾਫੀ ਸਮੇਂ ਤੋਂ, ਉਹ ਇਸੇ ਤਰ੍ਹਾਂ ਦੇ ਕੁਐਸਚਨ ਪਾਉਂਦੇ ਨੇ ਜੋ ਵੀ ਟੌਪਿਕ ਕਰੰਟ ਇਸ਼ੂ ਵਿੱਚ ਆਉਂਦੇ ਨੇ ਉਹਨਾਂ ਦੀ ਸਟੈਟਿਕ ਪੋਰਸ਼ਨ ਦੇ ਵਿੱਚੋਂ ਕੀ ਥਿਊਰੀ ਦੇ ਵਿੱਚੋਂ ਕੁਐਸਚਨ ਬਣ ਸਕਦੇ ਨੇ ਉਹਨਾਂ ਨੂੰ ਸਟੇਟਮੈਂਟ ਦੀ ਫਾਰਮ ਦੇ ਵਿੱਚੋਂ ਪਾਉਂਦੇ ਨੇ। ਸੋ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। ਸੋ ਇਸ ਕੁਐਸਚਨ ਦੇ ਵਿੱਚ ਆਪਾਂ ਨੂੰ ਆਪਟਿਕ ਫਾਈਬਰ ਤੇ ਕਾਪਰ ਫਾਈਬਰ ਦੀਆਂ ਕੁਝ ਐਡਵਾਂਟੇजेस ਦੱਸੀਆਂ ਹੋਈਆਂ ਨੇ। ਸੋ ਇੱਕ ਕੰਪੈਰੀਜ਼ਨ ਦੱਸਿਆ ਹੋਇਆ, ਆਪਾਂ ਨੇ ਦੱਸਣਾ ਵੀ ਕਿਹੜੀ ਸਟੇਟਮੈਂਟ ਸਹੀ ਹੈ। ਪਹਿਲੀ ਸਟੇਟਮੈਂਟ ਕਹਿ ਰਹੀ ਹੈ ਜਿਹੜੀ ਆਪਟਿਕ ਫਾਈਬਰ ਨੇ ਉਹਨਾਂ ਦੇ ਅੰਦਰ ਜਿਹੜੀ ਬਿਜਲੀ ਵਾਲੀ ਕੋਈ ਇੰਟਰਫੇਰੈਂਸ ਹੈ ਉਹ ਘੱਟ ਹੁੰਦੀ ਹੈ। Optic fiber are not susceptible to electrical interference. ਦੂਜੀ ਸਟੇਟਮੈਂਟ ਕਹਿ ਰਹੀ ਹੈ ਕਾਪਰ ਵਾਇਰਸ ਦੇ ਨਾਲੋਂ ਜ਼ਿਆਦਾ ਸਿਗਨਲਸ ਟ੍ਰਾਂਸਮਿਟ ਹੋ ਸਕਦੇ ਨੇ ਆਪਟਿਕ ਫਾਈਬਰ ਦੇ ਜ਼ਰੀਏ। ਤੀਜੀ ਸਟੇਟਮੈਂਟ ਕਹਿ ਰਹੀ ਹੈ ਵੀ ਜਿਹੜੀ ਆਪਟਿਕ ਫਾਈਬਰ ਨੇ ਕੈਰੀ ਅ ਸਿਗਨਲ ਓਵਰ ਅ ਸਿੰਗਲ ਫਾਈਬਰ। ਸੋ ਸਿੰਗਲ ਫਾਈਬਰ ਦੇ ਵਿੱਚ ਸਿਗਨਲ ਕੈਰੀ ਕਰ ਲੈਣੇ, ਜ਼ਿਆਦਾ ਏਰੀਆ ਕਵਰ ਕਰਦੇ ਨੇ, ਜਦ ਕਿ ਜਿਹੜੀ ਇਲੈਕਟ੍ਰਿਸਿਟੀ ਹੈ ਜਦੋਂ ਕਾਪਰ ਵਾਇਰਸ ਦੀ ਵਰਤੋਂ ਕਰਦੇ ਆ ਤਾਂ ਉੱਥੇ ਇੱਕ ਪੇਅਰ ਚਾਹੀਦਾ ਹੁੰਦਾ ਆਪਾਂ ਨੂੰ ਤਾਰਾਂ ਦਾ। ਸੋ ਜਿਹੜੀ ਤਿੰਨੋਂ ਸਟੇਟਮੈਂਟ ਨੇ ਆਪਟਿਕ ਫਾਈਬਰ ਤੇ ਕਾਪਰ ਫਾਈਬਰ ਦੇ ਐਡਵਾਂਟੇजेस ਨੂੰ ਕੰਪੇਅਰ ਕੀਤਾ ਹੋਇਆ ਹੈ। ਤਿੰਨੋਂ ਸਟੇਟਮੈਂਟ ਬਿਲਕੁਲ ਕਰੈਕਟ ਨੇ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਸੀ। ਆਲ 1, 2 ਐਂਡ 3 ਆਰ ਕਰੈਕਟ। ਨੈਕਸਟ ਇਸ ਜਿਹੜਾ ਸਨਬਰਨ ਹੁੰਦਾ ਹੈ ਉਹਦਾ ਸਭ ਤੋਂ ਜ਼ਿਆਦਾ ਮੇਨ ਕਾਰਨ ਕੀ ਹੈ? ਸਨਬਰਨ ਕਿਉਂ ਹੁੰਦਾ ਹੈ? ਸਨਬਰਨ ਦਾ ਕਾਰਨ ਹੈ ਸੂਰਜ ਚੋਂ ਆਉਣ ਵਾਲੀਆਂ ਹਾਨੀਕਾਰਕ UV ਰੇਜ਼ ਜਿਹਨੂੰ ਆਪਾਂ ਕਹਿੰਦੇ ਆ ਅਲਟਰਾ ਵਾਇਲਟ ਰੇਡੀਏਸ਼ਨ, ਆਪਸ਼ਨ ਏ। In which year Sir Chandrasekhar Venkata Raman was awarded Nobel Prize for Raman effect? So Raman effect ਜਿਹਦੇ ਕਰਕੇ ਨੋਬਲ ਪ੍ਰਾਈਜ਼ ਦਿੱਤਾ ਸੀ, ਆਪਾਂ ਨੇ ਦੱਸਣਾ ਹੈ ਕਿ ਸਰ ਚੰਦਰਸ਼ੇਖਰ ਵੈਂਕਟ ਰਮਨ ਜੀ ਨੂੰ ਕਿਹੜੇ ਸਾਲ ਵਿੱਚ ਨੋਬਲ ਪ੍ਰਾਈਜ਼ ਦੇ ਨਾਲ ਨਿਵਾਜਿਆ ਗਿਆ ਸੀ ਰਾਮਨ ਇਫੈਕਟ ਕਰਕੇ। ਸੋ ਉਹ ਸਾਲ ਸੀ 1930, ਆਪਸ਼ਨ ਸੀ। Next is again very important and most repetitive question, ਬਾਰ-ਬਾਰ ਐਗਜ਼ਾਮ ਵਿੱਚ ਇਹ ਕੁਐਸਚਨ ਆਉਂਦਾ। ਸੋ ਇਹ ਕੁਐਸਚਨ ਹੈ
ਕਿ ਜਿਹੜੀ ਸੀਟੀ ਸਕੈਨ ਹੈ ਕੰਪਿਊਟਰ ਟੋਮੋਗ੍ਰਾਫੀ ਉਹਦੇ ਵਿੱਚ ਕਿਸ ਤਰ੍ਹਾਂ ਦੀਆਂ ਰੇਜ਼ ਵਰਤੀਆਂ ਜਾਂਦੀਆਂ ਨੇ, ਕਿਹੜੀ ਚੀਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਸੀਟੀ ਸਕੈਨ ਦੇ ਵਿੱਚ ਐਕਸ ਰੇਜ਼ ਦੀ ਵਰਤੋਂ ਹੁੰਦੀ ਹੈ, ਆਪਸ਼ਨ ਏ। Next question, which among the following instrument used in forensic science is popular as lie detector? So ਝੂਠ ਫੜਨ ਦੇ ਲਈ ਸਪੈਸ਼ਲੀ ਜਿਹੜੇ ਕ੍ਰਿਮੀਨਲਸ ਹੁੰਦੇ ਨੇ ਜਾਂ ਅਕਿਊਜ਼ਡ ਪਰਸਨ ਹੁੰਦੇ ਨੇ ਉਹਨਾਂ ਦੇ ਕੋਲੋਂ ਸੱਚ ਉਗਲਵਾਉਣ ਦੇ ਲਈ ਫੋਰੈਂਸਿਕ ਸਾਇੰਸ ਦੇ ਅੰਦਰ ਜਿਹੜਾ ਇਨਸਟਰੂਮੈਂਟ ਵਰਤਿਆ ਜਾਂਦਾ ਹੈ ਉਹ ਹੈ ਪੋਲੀਗ੍ਰਾਫ, ਆਪਸ਼ਨ ਸੀ। ਪੋਲੀਗ੍ਰਾਫ ਟੈਸਟ ਵੀ ਆਪਾਂ ਇਹਨੂੰ ਕਹਿੰਦੇ ਆ। ਸੋ ਆਪਸ਼ਨ ਸੀ ਇਹਦਾ ਸਹੀ ਉੱਤਰ ਹੈ। Which among the following is a beyond visual range ਏਅਰ ਟੂ ਏਅਰ ਮਿਸਾਈਲ? ਸੋ ਇਸ ਤਰ੍ਹਾਂ ਦੀ ਮਿਸਾਈਲ ਕਿਹੜੀ ਹੈ ਜਿਹੜੀ ਹਵਾ ਦੇ ਵਿੱਚ ਹੀ ਚੱਲਦੀ ਹੈ, ਏਅਰ ਟੂ ਏਅਰ ਹੈ, ਜਿਹੜੀ ਆਪਣੀ ਵਿਜ਼ੂਅਲ ਰੇਂਜ ਤੋਂ ਬਹੁਤ ਦੂਰ ਤੱਕ ਜਾਂਦੀ ਹੈ। ਸੋ ਬਿਯੋਂਡ ਵਿਜ਼ੂਅਲ ਰੇਂਜ ਵਾਲੀ ਜਿਹੜੀ ਇਹਨਾਂ ਚਾਰਾਂ ਦੇ ਵਿੱਚੋਂ ਏਅਰ ਟੂ ਏਅਰ ਮਿਸਾਈਲ ਹੈ ਉਹਦਾ ਨਾਮ ਹੈ ਅਸਤਰ, ਆਪਸ਼ਨ ਸੀ। ਜਿਹੜੀ ਅਗਨੀ ਹੈ, ਅਗਨੀ ਇੱਕ ਮੀਡੀਅਮ ਰੇਂਜ ਦੀ ਮਿਸਾਈਲ ਹੈ ਤੇ ਜਿਹੜੀ ਪ੍ਰਿਥਵੀ ਹੈ ਇੱਕ ਟੈਕਟੀਕਲ ਸਰਫੇਸ ਟੂ ਸਰਫੇਸ ਸ਼ਾਰਟ ਰੇਂਜ ਦੀ ਬੈਲਿਸਟਿਕ ਮਿਸਾਈਲ ਹੈ ਤੇ ਜਿਹੜੀ ਨਾਗ ਹੈ ਇਹ ਤੀਜੀ ਜਨਰੇਸ਼ਨ ਦੀ ਫਾਇਰ ਐਂਡ ਫੋਰਗੇਟ, ਮਤਲਬ ਇਹਨੂੰ ਇੱਕ ਵਾਰੀ ਛੱਡ ਕੇ ਫਾਇਰ ਕਰਕੇ ਕਹਿੰਦੇ ਨੇ ਕਿ ਭੁੱਲ ਜਾਓ। ਸੋ ਇਹ ਇੱਕ ਐਂਟੀ ਟੈਂਕ ਮਿਸਾਈਲ ਹੈ। ਸੋ ਜਿੰਨੀਆਂ ਵੀ ਅਲੱਗ-ਅਲੱਗ ਤਰ੍ਹਾਂ ਦੀ ਮਿਸਾਈਲਸ ਨੇ ਇਹ ਏਅਰ ਟੂ ਏਅਰ ਹੈ ਜਾਂ ਸਰਫੇਸ ਟੂ ਸਰਫੇਸ ਹੈ, ਇਹਨਾਂ ਦੀ ਰੇਂਜ ਛੋਟੀ ਹੈ, ਮੀਡੀਅਮ ਹੈ। ਸੋ ਇਹ ਹਰ ਤਰ੍ਹਾਂ ਦੀ ਜਿਹੜੀ ਤੁਹਾਨੂੰ ਫੀਚਰ ਹੈ, ਸਪੈਸ਼ਲੀ ਜਦੋਂ ਵੀ ਤੁਸੀਂ ਇਸ ਤਰ੍ਹਾਂ ਦੇ ਨਾਲ ਸਪੇਸ ਟੈਕਨੋਲੋਜੀ ਦੇ ਕੁਐਸਚਨ ਤਿਆਰ ਕਰਨੇ ਨੇ ਤਾਂ ਤੁਹਾਨੂੰ ਉਹਨਾਂ ਦੀ ਹਰ ਜਿਹੜੀ ਡੀਟੇਲ ਹੈ ਉਹ ਬਰੀਕੀ ਦੇ ਨਾਲ ਪਤਾ ਹੋਣੀ ਚਾਹੀਦੀ ਹੈ ਕਿਉਂਕਿ ਐਗਜ਼ਾਮ ਦੇ ਵਿੱਚ ਤੁਹਾਨੂੰ ਕਿਸੇ ਵੀ ਚੀਜ਼ ਉੱਤੇ ਕੁਐਸਚਨ ਬਣ ਕੇ ਆ ਸਕਦਾ ਹੈ। ਨੈਕਸਟ ਕੁਐਸਚਨ ਹੈ, ਕਿਹੜੇ ਪਹਿਲੇ ਸਾਇੰਟਿਸਟ ਸੀ ਜਿਨ੍ਹਾਂ ਨੂੰ 2 ਨੋਬਲ ਅਵਾਰਡ ਦਿੱਤੇ ਗਏ? ਸੋ 2 ਨੋਬਲ ਪ੍ਰਾਈਜ਼ ਮਿਲੇ ਸੀ ਮੈਰੀ ਕੁਇਰੀ ਨੂੰ, ਆਪਸ਼ਨ ਸੀ। Next 22nd question, a small quantity of water is placed in a small cavity made in a block of ice at 0 degree centigrade. So 0 degree centigrade ਦੇ ਉੱਤੇ ਜੇ ਇੱਕ ਛੋਟੀ ਜਿਹੀ ਕੁਆਂਟੀਟੀ ਦਾ ਪਾਣੀ ਆਪਾਂ ਛੋਟੀ ਕਿਸੇ ਚੀਜ਼ ਦੇ ਵਿੱਚ ਪਾ ਕੇ ਰੱਖ ਦਈਏ made in a block of ice at 0 degree centigrade ਤਾਂ ਉੱਥੇ ਕੀ ਹੋਊਗਾ? ਸੋ ਉੱਥੇ ਕੀ ਹੋਊਗਾ, ਜਿਹੜਾ ਟੈਂਪਰੇਚਰ ਆ ਪਾਣੀ ਦਾ ਉਹ 0 ਹੋ ਜਾਊਗਾ ਪਰ ਉਹ ਫ੍ਰੀਜ਼ ਨਹੀਂ ਹੋਊਗਾ। ਸੋ ਆਪਸ਼ਨ ਬੀ ਇਹਦਾ ਰਾਈਟ ਆਨਸਰ ਹੈ। ਨੈਕਸਟ ਅਗੇਨ ਵੈਰੀ ਇੰਪੋਰਟੈਂਟ ਕੁਐਸਚਨ। ਸੋ ਜਿਹੜੀ ਅਲਟਰਾਸਾਊਂਡ ਹੁੰਦੀ ਹੈ ਉਹਦੀ ਅਪਰ ਲਿਮਿਟ ਹੈ ਜਿਹੜੀ ਹਿਊਮਨ ਹੀਅਰਿੰਗ ਦੀ, ਜਿਹੜੀ ਇੱਕ ਲਿਮਿਟ ਤੱਕ ਆਪਣੇ ਇਨਸਾਨ ਦੇ ਜਿਹੜੇ ਕੰਨ ਨੇ ਉਹ ਚੀਜ਼ਾਂ ਨੂੰ ਸੁਣ ਸਕਦੇ ਨੇ। ਸੋ ਉਹ ਕਿੰਨੀ ਲਿਮਿਟ ਰੱਖੀ ਹੈ, ਫ੍ਰੀਕੁਐਂਸੀ ਕਿੰਨੀ ਹੁੰਦੀ ਆ ਅਲਟਰਾਸਾਊਂਡ ਦੀ? ਅਲਟਰਾਸਾਊਂਡ ਦੀ ਫ੍ਰੀਕੁਐਂਸੀ ਹੈ 20 ਕਿਲੋਹਰਟਜ਼ ਤੋਂ ਜ਼ਿਆਦਾ, ਆਪਸ਼ਨ ਏ, above 20 kHz. Next is what is the normal temperature of human being on Kelvin scale? ਜੇ ਆਪਾਂ ਕੈਲਵਿਨ ਸਕੇਲ ਦੀ ਗੱਲ ਕਰੀਏ ਤਾਂ ਹਿਊਮਨ ਬੀਇੰਗਸ ਦਾ ਨਾਰਮਲ ਟੈਂਪਰੇਚਰ ਹੋਊਗਾ 310, ਆਪਸ਼ਨ ਸੀ। ਨੈਕਸਟ ਇਜ਼ ਵਿਚ ਅਮੰਗ ਦ ਫੋਲੋਇੰਗ ਇਜ਼ ਨੋਨ ਐਜ਼ ਫਰਸਟ ਇਲੈਕਟ੍ਰੋਨਿਕ ਐਂਪਲੀਫਿਕੇਸ਼ਨ ਡਿਵਾਈਸ? ਪਹਿਲਾ ਬਿਜਲੀ ਨਾਲ ਚੱਲਣ ਵਾਲਾ ਐਂਪਲੀਫਿਕੇਸ਼ਨ ਡਿਵਾਈਸ ਹੈ ਟ੍ਰਾਇਓਡ ਵੈਕਿਊਮ ਟਿਊਬ, ਆਪਸ਼ਨ ਬੀ। Which among the following temperature scale is based upon absolute zero? Absolute zero ਉੱਤੇ ਜਿਹੜਾ ਟੈਂਪਰੇਚਰ ਸਕੇਲ ਆਧਾਰਿਤ ਹੈ ਉਹ ਹੈ ਕੈਲਵਿਨ, ਆਪਸ਼ਨ ਸੀ। ਨੈਕਸਟ ਹੈ, ਜਦੋਂ ਵੀ ਆਪਾਂ ਨੇ ਇਲੈਕਟ੍ਰਿਕ ਚਾਰਜ ਜਾਂ ਕੋਈ ਇਲੈਕਟ੍ਰੀਕਲ ਪੋਟੈਂਸ਼ੀਅਲ ਡਿਫਰੈਂਸ ਆਪਾਂ ਨੇ ਮੈਜ਼ਰ ਕਰਨਾ ਹੋਵੇ ਉਹਦੇ ਲਈ ਕਿਹੜਾ ਇਨਸਟਰੂਮੈਂਟ ਵਰਤਿਆ ਜਾਂਦਾ ਹੈ? ਇਹ ਵੀ ਕੁਐਸਚਨ ਬਾਰ-ਬਾਰ ਐਗਜ਼ਾਮ ਵਿੱਚ ਰਿਪੀਟ ਹੁੰਦਾ ਹੈ। ਸੋ ਉਹ ਹੈ ਇਲੈਕਟ੍ਰੋਮੀਟਰ, ਆਪਸ਼ਨ ਸੀ। ਨੈਕਸਟ, ਐਡਵਰਡ ਹਾਵਰਡ ਆਰਮਸਟਰੋਂਗ ਕਿਹੜੀ ਟੈਕਨੋਲੋਜੀ ਦੇ ਇਨਵੈਂਟਰ ਸੀ? ਸੋ ਇਹਨਾਂ ਨੇ ਇਨਵੈਂਟ ਕੀਤੀ FM ਰੇਡੀਓ, ਆਪਸ਼ਨ ਸੀ। ਜਦੋਂ ਵੀ ਤੁਸੀਂ ਸਾਇੰਸ ਤਿਆਰ ਕਰਨਾ ਹੈ ਕਿਸੇ ਵੀ ਪੇਪਰ ਲਈ, ਜਿਹੜਾ ਸਾਇੰਸ ਦਾ ਸਬਜੈਕਟ ਹੈ ਉਹਦੇ ਵਿੱਚੋਂ ਤੁਸੀਂ ਇਨਵੈਂਸ਼ਨਸ ਉੱਤੇ ਜ਼ਰੂਰ ਫੋਕਸ ਕਰਕੇ ਜਾਣਾ ਹੈ ਕਿਉਂਕਿ ਤੁਸੀਂ ਐਗਜ਼ਾਮ ਦੇ ਵਿੱਚ 1 ਜਾਂ 2 ਕੁਐਸਚਨ ਚਾਹੇ ਡਾਇਰੈਕਟਲੀ ਤੁਸੀਂ ਸਟੈਟਿਕ ਪੋਰਸ਼ਨ ਦੇ ਅੰਦਰ ਜਾਂ ਸਾਇੰਸ ਸਬਜੈਕਟ ਦੇ ਅੰਦਰ ਜ਼ਰੂਰ ਦੇਖ ਸਕਦੇ ਹੋ ਵਿਦ ਰਿਗਾਰਡ ਟੂ ਇਨਵੈਂਸ਼ਨਸ। ਨੈਕਸਟ ਅਗੇਨ ਵੈਰੀ ਇੰਪੋਰਟੈਂਟ ਕੁਐਸਚਨ ਔਨ ਵਿਬਗਿਓਰ। ਵਿਬਗਿਓਰ ਵਾਇਲਟ, ਇੰਡੀਗੋ, ਬਲੂ, ਗ੍ਰੀਨ, ਯੈਲੋ, ਔਰੇਂਜ, ਰੈਡ, ਰੇਨਬੋ ਦੇ ਰੰਗ ਨੇ ਅਲੱਗ-ਅਲੱਗ। ਸੋ ਆਪਾਂ ਨੂੰ ਕੁਐਸਚਨ ਕਹਿ ਰਿਹਾ ਹੈ ਕਿ ਜਿਹੜੇ ਵਿਬਗਿਓਰ ਇਹ ਰੰਗ ਲਗਾਏ ਹੋਏ ਨੇ ਇੱਕ ਤਰਤੀਬਵਾਰ, ਇੱਕ ਲਾਈਨ ਵਾਈਜ਼, ਇਹ ਕਿਸ ਆਰਡਰ ਵਿੱਚ ਕਲਰਸ ਲਗਾਏ ਹੋਏ ਨੇ? ਸੋ ਇਹ ਆਰਡਰ ਲਗਾਏ ਨੇ ਆਪਾਂ ਨੇ ਇਨਕਰੀਜ਼ਿੰਗ ਵੇਵ ਲੈਂਥ ਵਿੱਚ। ਸੋ ਜਿਵੇਂ ਜਿਵੇਂ ਵੇਵ ਲੈਂਥ ਇਨਕਰੀਜ਼ ਹੋਊਗੀ ਫ੍ਰੀਕੁਐਂਸੀ ਘਟੂਗੀ, ਜਿਹੜਾ ਇਨਵਰਸ ਰਿਲੇਸ਼ਨ ਹੈ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਸੋ ਆਪਸ਼ਨ ਏ ਇਹਦਾ ਰਾਈਟ ਆਨਸਰ ਹੈ। Next 30th question, a transition from solid to gas with no intermediate liquid stage. ਸਿੱਧਾ ਜਦੋਂ solid ਤੋਂ ਆਪਾਂ ਗੈਸ ਵਿੱਚ ਕਿਸੇ ਚੀਜ਼ ਨੂੰ ਬਦਲ ਦਿਆ ਬਿਨਾਂ liquid state ਵਿੱਚ ਗਏ ਤਾਂ ਉਸ process ਨੂੰ ਕਿਹਾ ਜਾਂਦਾ ਹੈ, ਉਸ transition ਨੂੰ ਕਿਹਾ ਜਾਂਦਾ ਹੈ sublimation, option B.
ਪਹਿਲੀ ਭਾਰਤ ਦੀ ਸੈਟੇਲਾਈਟ ਆਰਿਆਭੱਟ ਕਿਹੜੇ ਸਾਲ ਵਿੱਚ ਲਾਂਚ ਕੀਤੀ ਗਈ ਸੀ? ਸੋ ਆਰਿਆਭੱਟ ਵਾਸ launched in 1975 1975 options. Next is the inability of a body to change its state of rest or its uniform motion in a straight line. ਇੱਕ ਕਿਸੇ ਵੀ ਬਾਡੀ ਦਾ ਕਿਸੇ ਚੀਜ਼ ਦਾ ਆਪਣੀ ਜਦੋਂ ਰੈਸਟ ਦੀ ਪੋਜੀਸ਼ਨ ਤੇ ਹੁੰਦੇ ਨੇ ਆਪਣੀ ਮੋਸ਼ਨ ਦਾ ਪੋਜੀਸ਼ਨ ਦਾ ਨਾ ਬਦਲਣਾ ਉਸੇ ਜਗ੍ਹਾ ਉੱਤੇ ਰਹਿਣਾ ਉਸ ਚੀਜ਼ ਨੂੰ ਕੀ ਕਿਹਾ ਜਾਂਦਾ ਹੈ? ਸੋ ਉਹਨੂੰ ਕਿਹਾ ਜਾਂਦਾ ਹੈ ਇਨਰਸ਼ੀਆ ਆਪਸ਼ਨ ਸੀ। ਇਹ ਵੀ ਬਹੁਤ ਵਾਰੀ ਐਗਜ਼ਾਮ ਵਿੱਚ ਕੁਐਸਚਨ ਡਾਇਰੈਕਟਲੀ ਰਿਪੀਟ ਹੋਇਆ। ਨੈਕਸਟ ਹੈ ਓਮ। ਓਮ ਕਿਸ ਚੀਜ਼ ਦਾ ਯੂਨਿਟ ਹੈ? ਸੋ ਇਹਦੇ ਨਾਲ ਆਪਾਂ ਮੈਜ਼ਰ ਕਰਦੇ ਹਾਂ ਰੈਜ਼ਿਸਟੈਂਸ ਆਪਸ਼ਨ ਏ। Equal volume of all gas contain equal number of molecule under similar condition of temperature and pressure. ਇਹ ਕਿਹੜਾ law ਕਹਿ ਰਿਹਾ ਹੈ? ਸੋ ਇਹ ਵੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਐਵੋਗਾਡੋ ਦਾ law ਇਹ ਸਟੇਟਮੈਂਟ ਦੇ ਰਿਹਾ ਹੈ। ਸੋ ਆਪਸ਼ਨ ਸੀ ਇਹਦਾ ਰਾਈਟ ਆਨਸਰ। Which among the following is true about total internal reflection? Total internal reflection ਉੱਤੇ ਬਾਰ-ਬਾਰ ਐਗਜ਼ਾਮ ਵਿੱਚ ਕੁਐਸਚਨ ਆਉਂਦੇ ਨੇ, especially those exam which are conducted by PPSC, ਸੋ ਜਿਵੇਂ ਐਂਡੋਸਕੋਪੀ, ਸੀਟੀ। ਇਹ ਸਾਰੇ ਟੌਪਿਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਤੇ ਜਿਹੜਾ ਮੈਂ ਪੇਡ ਕੋਰਸ ਕਰਵਾਇਆ ਉਹਦੇ ਵਿੱਚ ਵੀ ਸਾਇੰਸ ਦੇ ਵਿੱਚ ਜਦੋਂ ਆਪਾਂ ਨੇ ਟੌਪਿਕ ਡਿਸਕਸ ਕੀਤੇ ਸੀ ਤਾਂ ਫਿਜ਼ਿਕਸ ਦੇ ਅੰਦਰ ਮੈਂ ਜਿੰਨੇ ਵੀ ਇੰਪੋਰਟੈਂਟ ਟੌਪਿਕਸ ਨੇ ਜੋ ਇਹਨਾਂ ਦੇ ਲਾਜ਼ ਨੇ ਉਹ ਸਾਰੇ ਟੱਚ ਕੀਤੇ ਨੇ। ਸੋ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਟੋਟਲ ਇੰਟਰਨਲ ਰਿਫਲੈਕਸ਼ਨ ਬਾਰੇ ਜਿਹੜੀ ਸਹੀ ਸਟੇਟਮੈਂਟ ਹੈ ਦੈਟ ਇਜ਼ ਆਪਸ਼ਨ ਬੀ। ਟੋਟਲ ਇੰਟਰਨਲ ਰਿਫਲੈਕਸ਼ਨ ਦਾ ਇੱਕ ਸਿੰਪਲ ਜਿਹਾ ਪ੍ਰਿੰਸੀਪਲ ਹੈ ਕਿ ਇਹ ਕਦੋਂ ਹੁੰਦੀ ਹੈ? ਜਦੋਂ ਇੱਕ ਰੇ ਜਿਹੜੀ ਸੋਲਰ ਰੇ ਆਉਂਦੀ ਹੈ ਉਹ ਡੈਂਸ ਤੋਂ ਰੇਅਰ ਮੀਡੀਅਮ ਦੇ ਵਿੱਚ ਜਾਂਦੀ ਹੈ ਤੇ ਜਿਹੜਾ ਰੇਅਰ ਮੀਡੀਅਮ ਹੈ ਉਹਦੇ ਵਿੱਚ ਉਹ ਪਾਸ ਨਹੀਂ ਹੋ ਪਾਉਂਦੀ ਕਿਉਂਕਿ ਇਸ ਤਰ੍ਹਾਂ ਦਾ ਐਂਗਲ ਬਣਾਉਂਦੀ ਹੈ ਜਿਹੜਾ ਐਂਗਲ ਕ੍ਰਿਟੀਕਲ ਐਂਗਲ ਨਾਲੋਂ ਕਿਤੇ ਜ਼ਿਆਦਾ ਵੱਡਾ ਹੁੰਦਾ ਹੈ। ਨੈਕਸਟ 36 ਕੁਐਸਚਨ, ਜਿਹੜੇ ਬੈਟਸ ਨੇ ਉਹ ਕਿਹੜਾ ਪ੍ਰਿੰਸੀਪਲ ਯੂਜ਼ ਕਰਦੇ ਨੇ? ਸੋ ਬੈਟ ਯੂਜ਼ ਕਰਦੇ ਨੇ ਸੋਨਾਰ, ਸਾਊਂਡ ਨੈਵੀਗੇਸ਼ਨ ਐਂਡ ਰੇਂਜਿੰਗ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ। ਨੈਕਸਟ ਸਾਊਂਡ ਵੇਵ ਨੂੰ ਲੈ ਕੇ ਕਿਹੜੀ ਸਟੇਟਮੈਂਟ ਸਹੀ ਹੈ? ਜਿਹੜੀ ਸਾਊਂਡ ਵੇਵਸ ਨੇ ਉਹ ਲੌਂਗੀਟਿਊਡਨਲ ਵੇਵਸ ਨੇ ਐਂਡ ਮਟੀਰੀਅਲ ਮੀਡੀਅਮ ਇਜ਼ ਰਿਕੁਆਇਰਡ ਫॉर देयर ਪ੍ਰੋਪਗੇਸ਼ਨ। ਇਹਦਾ ਮਤਲਬ ਹੈ ਕਿ ਜਿਹੜੀ ਸਾਊਂਡ ਹੈ ਆਵਾਜ਼ ਹੈ ਉਹਨੂੰ ਪਾਸ ਹੋਣ ਦੇ ਲਈ ਉਹਨੂੰ ਆਵਾਜ਼ ਨੂੰ ਆਉਣ ਦੇ ਲਈ ਕੋਈ ਨਾ ਕੋਈ ਇੱਕ ਮੀਡੀਅਮ ਚਾਹੀਦਾ ਹੈ, ਚਾਹੇ ਉਹ ਮੀਡੀਅਮ ਸੋਲਿਡ ਹੈ, ਲਿਕੁਇਡ ਹੈ, ਗੈਸ ਹੈ। ਉਹ ਚੀਜ਼ ਚਲੋ ਅਲੱਗ ਮੈਟਰ ਕਰਦੀ ਹੈ ਕਿ ਸੋਲਿਡ ਦੇ ਵਿੱਚ ਜ਼ਿਆਦਾ ਸਾਊਂਡ ਪ੍ਰੋਪਗੇਟ ਹੁੰਦੀ ਹੈ, ਲਿਕੁਇਡ 'ਚ ਘੱਟ, ਗੈਸ ਵਿੱਚ ਉਸ ਤੋਂ ਘੱਟ, ਪਰ ਸਾਊਂਡ ਨੂੰ ਐਟਲੀਸਟ ਕੋਈ ਨਾ ਕੋਈ ਮੀਡੀਅਮ ਜ਼ਰੂਰ ਚਾਹੀਦਾ ਆਪਣੀ ਪ੍ਰੋਪਗੇਸ਼ਨ ਦੇ ਲਈ। ਵੈਕਿਊਮ ਦੇ ਵਿੱਚ ਜਿੱਥੇ ਕੋਈ ਵੀ ਮੀਡੀਅਮ ਨਹੀਂ ਹੈ ਉੱਥੇ ਸਾਊਂਡ ਪ੍ਰੋਪਗੇਟ ਨਹੀਂ ਹੋ ਸਕਦੀ। ਸੋ ਇਹ ਇਹਦਾ ਇੱਕ ਇੰਪੋਰਟੈਂਟ ਫੀਚਰ ਹੈ ਤੇ ਰਾਈਟ ਆਨਸਰ ਹੈ ਆਪਸ਼ਨ ਸੀ। ਨੈਕਸਟ ਇਜ਼ ਵਾਟ ਇਜ਼ ਦ ਮੀਨ ਵੈਲਿਊ ਆਫ G ਐਟ ਅਰਥ ਸਰਫੇਸ। ਜੋ ਆਪਾਂ ਗ੍ਰੈਵਿਟੇਸ਼ਨ ਦੀ ਗੱਲ ਕਰਦੇ ਹਾਂ ਤਾਂ ਉਹਦੀ ਵੈਲਿਊ ਹੁੰਦੀ ਹੈ 9.8 ਮੀਟਰ ਪਰ ਸੈਕਿੰਡ ਸਕੁਆਇਰ। ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ ਟੂ ਰਿਮੈਂਬਰ। ਆਪਸ਼ਨ ਸੀ ਇਜ਼ ਦ ਰਾਈਟ ਆਨਸਰ। ਵੈਲਿਊ ਆਫ ਐਕਸੈਲਰੇਸ਼ਨ ਡਿਊ ਟੂ ਗ੍ਰੈਵਿਟੀਜ਼। ਸੋ ਜਦੋਂ ਵੀ ਆਪਾਂ ਐਕਸੈਲਰੇਸ਼ਨ ਸਪੀਡ ਦੀ ਵੈਲਿਊ ਦੀ ਗੱਲ ਕਰਦੇ ਹਾਂ ਗ੍ਰੈਵਿਟੀ ਦੇ ਕਰਕੇ ਤਾਂ ਉਹ ਇਕੁਏਟਰ ਉੱਤੇ ਜਿਹੜਾ ਧਰਤੀ ਦਾ ਬਿਲਕੁਲ ਵਿਚਕਾਰ ਵਾਲਾ ਹਿੱਸਾ ਹੈ ਇਕੁਏਟਰ ਉੱਥੇ ਸਭ ਤੋਂ ਘੱਟ ਹੋਊਗੀ। ਪੋਲਸ ਦੇ ਉੱਤੇ ਜਿਹੜੇ ਬਿਲਕੁਲ ਸਾਈਡ ਵਾਲੇ ਪੋਲਸ ਨੇ, ਨਾਰਥ ਪੋਲ ਹੋ ਗਿਆ, ਸਾਊਥ ਪੋਲ ਹੋ ਗਿਆ, ਉਰੇ ਸਭ ਤੋਂ ਜ਼ਿਆਦਾ ਹੋਊਗੀ। ਸੋ ਵੈਲਿਊ ਆਫ ਐਕਸੈਲਰੇਸ਼ਨ ਡਿਊ ਟੂ ਗ੍ਰੈਵਿਟੀ ਇਜ਼ ਮਿਨੀਮਮ ਐਟ ਇਕੁਏਟਰ, ਮੈਕਸਿਮਮ ਐਟ ਪੋਲਸ। ਇਹ ਵੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। ਨੈਕਸਟ, ਵਿਚ ਅਮੰਗ ਦ ਫੋਲੋਇੰਗ ਡਿਫਾਈਨ ਗ੍ਰੈਵਿਟੇਸ਼ਨਲ ਮਾਸ। ਗ੍ਰੈਵਿਟੇਸ਼ਨਲ ਮਾਸ ਦੀ ਡੈਫੀਨੇਸ਼ਨ ਹੈ ਕਿ ਜਿਹੜੀ ਰੇਸ਼ੋ ਹੈ weight of body ਦੀ ਤੇ acceleration ਦੀ ਜੋ gravity ਕਰਕੇ ਹੈ ਸੋ ਉਹਨੂੰ ਕਿਹਾ ਜਾਂਦਾ ਹੈ gravitational mass। ਸੋ gravitational mass ਦਾ ਮਤਲਬ ਹੈ ਕਿ gravity ਕਰਕੇ ਜਿੰਨਾ ਕਿਸੇ ਵੀ body ਦਾ weight ਹੈ ਤੇ ਉਹਦੀ speed ਹੈ ਉਹਦੀ ਜਿਹੜੀ ਆਪਸ ਦੇ ਵਿੱਚ weight ਤੇ acceleration ਦੀ ratio ਹੈ ਉਸ ratio ਨੂੰ ਕਿਹਾ ਜਾਂਦਾ ਹੈ gravitational mass। So this was all about our part 1 important MCQs। ਬਾਕੀ ਮੈਂ ਤੁਹਾਡੇ ਟੋਟਲ 4 ਤੋਂ 5 ਪਾਰਟਸ ਲੈ ਕੇ ਆਉਂਗੀ ਜਿਹਦੇ ਅੰਦਰ ਅਰਾਊਂਡ ਆਪਾਂ 300 to 400 ਇੰਪੋਰਟੈਂਟ MCQs ਕਵਰ ਕਰਾਂਗੇ ਤੇ ਇਸੇ ਤਰੀਕੇ ਨਾਲ ਜਿਵੇਂ ਆਪਾਂ ਨੇ ਜਿਓਗ੍ਰਾਫੀ ਕਵਰ ਕੀਤੀ ਹੁਣ ਮੈਂ ਸਾਇੰਸ ਟੱਚ ਕਰਦੀ ਹਾਂ ਨਾਲ ਮੈਂ ਤੁਹਾਡੇ ਨਾਲ ਜਿਹੜੇ ਕਰੰਟ ਅਫੇਅਰਸ ਨੇ ਉਹਨਾਂ ਦੀ ਰਿਵੀਜ਼ਨ ਸੀਰੀਜ਼ ਵੀ ਸਟਾਰਟ ਕਰੂੰਗੀ। So this was all about, thank you and good luck।